देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। जानी ये पहली बारी है कि असल च सत्ता जिहड़ी है लोगों के हत्थ च गई है। ये जिहड़ा नवां काम चलिया ਇਹਦਾ ਜਿਹੜਾ ਅਸਰ ਹੈ ਦੂਰ ਤੱਕ ਰਹੂਗਾ ਸਾਡੇ ਦੇਸ਼ ਦੀ ਰਾਜਨੀਤੀ ਤੇ। ਤੁਸੀਂ ਸਾਡੀਆਂ ਹੀ ਜ਼ਮੀਨਾਂ ਤੈਨੂੰ ਖੋਣੀਆਂ, ਜੇ ਲੋੜ ਆ ਇੰਨੀਆਂ ਜ਼ਮੀਨਾਂ ਦੀ ਅਦਾਨੀਆਂ ਬਾਨੀਆਂ ਨੂੰ ਭੇਜ ਦਿਓ, ਕੈਲੀਫੋਰਨੀਆ ਭੇਜ ਦਿਓ, ਅਮਰੀਕਾ, ਹੋਰ ਉੱਥੇ ਸਸਤੀ ਜ਼ਮੀਨ ਮਿਲਦੀ ਹੈ, ਜੋ ਵੀ ਮੋਨੋਪੋਲੀ ਕਰਨੀ ਉੱਥੇ ਕਰ ਲੈਣ। ਖੜਾ ਹੋ ਜਾਊਗਾ ਦੇਸ਼, ਸਿਵਲ ਵਾਰ ਵਰਗੀ ਸਿਚੁਏਸ਼ਨ 'ਚ ਪਹੁੰਚ ਜਾਊਗਾ। ਮੈਂ ਤੁਹਾਨੂੰ ਅੱਜ ਇਹ ਕਹਿ ਰਿਹਾ, ਫਿਰ ਮੋਦੀ ਜੀ ਨੂੰ ਇਹ 3 ਕਾਨੂੰਨ ਕੀ ਆਪਣੀ ਸਰਕਾਰ ਤੋਂ ਵੀ ਹੱਥ ਧੋਣਾ ਪੈ ਸਕਦਾ। ਹੋ ਸਕਦਾ ਸਰਕਾਰ ਇਹਨਾਂ ਦਾ ਧਿਆਨ ਹਟਾਉਣ ਲਈ, ਮੰਗਾਂ ਤੋਂ ਪਰਾਂ ਹਟਾਉਣ ਲਈ ਇਹੋ ਜਿਹਾ ਕੋਈ ਕੰਮ ਕਰ ਦੇਣ ਕਿ ਜਿਹਦੇ ਨਾਲ ਫਿਰ ਮੰਗਾਂ ਇੱਕ ਪਾਸੇ ਹੋ ਜਾਣ ਤੇ ਕੋਈ ਨਵੇਂ ਮੁੱਦੇ ਖੜੇ ਹੋ ਜਾਣ। ਇਹ ਸ਼ੰਕਾ ਬਣਿਆ। ਤੁਸੀਂ ਵੇਖ ਰਹੇ ਹੋ ਟਿੱਕਰੀ ਬਾਰਡਰ ਤੇ ਤਿਰੰਗਾ ਪੂਰੀ ਆਪਣੀ ਸ਼ਾਨੋ ਸ਼ੌਕਤ ਨਾਲ ਲਹਿਰਾ ਰਿਹਾ ਹੈ ਅਤੇ ਨਾਲ ਹੀ ਜਿਸ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਹੈਗੀ ਹੈ ਟਿੱਕਰੀ ਬਾਰਡਰ ਤੇ ਵਸੇ ਹੋਏ ਪਿੰਡ ਕੈਲੀਫੋਰਨੀਆ ਦੀ। ਤਾਂ ਸਾਡੇ ਨਾਲ ਅੱਜ ਦੀ ਬਾਤਚੀਤ ਵਿੱਚ ਵਿਸ਼ੇਸ਼ ਮਹਿਮਾਨ ਮੌਜੂਦ ਨੇ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਵੱਡੇ ਵਿਸ਼ਲੇਸ਼ਕ ਨੇ। ਸਰ, ਅਸੀਂ ਤੁਹਾਡੇ ਨਾਲ ਗੱਲਬਾਤ ਜੋ ਕਰਨੀ ਚਾਹੁੰਦੇ ਹਾਂ, ਰਾਜਨੀਤਿਕ ਤੌਰ ਤੇ ਵੀ ਕਰਨਾ ਚਾਹੁੰਦੇ ਹਾਂ ਅਤੇ ਕਿਸਾਨ ਦੇ ਹੋਣ ਦੇ ਨਾਤੇ ਵੀ ਕਰਨਾ ਚਾਹੁੰਦੇ ਹਾਂ। ਰਾਜਨੀਤਿਕ ਤੌਰ ਤੇ ਗੱਲ ਕਰੀਏ ਤਾਂ ਕਿੰਨਾ ਬਦਲਾਅ ਮੰਨਦੇ ਹੋ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਸਿਆਸੀ ਗਲਿਆਰੇ ਵਿੱਚ ਆਇਆ? ਨਹੀਂ, ਬਿਲਕੁਲ ਦੇਖੋ, ਜੇ ਸੱਚੀ ਗੱਲ ਪੁੱਛੋ ਤਾਂ ਘੱਟੋ ਘੱਟ ਪੰਜਾਬ ਹਰਿਆਣੇ ਦੀ ਰਾਜਨੀਤੀ 'ਚ ਤਾਂ ਬਹੁਤ ਹੀ ਫਰਕ ਪੈ ਗਿਆ। ਜਾਣੀ ਇਹ ਪਹਿਲੀ ਵਾਰੀ ਹੈ ਕਿ ਅਸਲ 'ਚ ਸੱਤਾ ਜਿਹੜੀ ਹੈ ਲੋਕਾਂ ਦੇ ਹੱਥ 'ਚ ਗਈ ਹੈ ਔਰ ਰਾਜਨੀਤਿਕ ਲੀਡਰ ਜਿਹੜੇ ਲੋਕਾਂ ਦੀਆਂ ਵੋਟਾਂ ਪਾ ਕੇ MLA ਜਿੱਤ ਕੇ, MP ਜਿੱਤ ਕੇ ਬਾਅਦ ਵਿੱਚ ਉਹ ਇਸ ਤਰ੍ਹਾਂ ਉਹਨਾਂ ਦਾ ਛੁਣਛੁਣਾ ਵਜਾਉਂਦੇ ਸੀ ਅਤੇ ਡਰਾਉਂਦੇ ਸੀ ਅਤੇ ਲੋਕਾਂ ਤੋਂ ਦੂਰ ਰਹਿੰਦੇ ਸੀ। ਲੋਕਾਂ ਨੇ ਕਿਹਾ ਕਿ ਤੁਹਾਡਾ ਅਸੀਂ ਜਿਹੜਾ ਵਿਚੋਲਾ ਪਾਣਿਆ ਉਹ ਕੱਢੇ ਹੀ ਦੇਣਾ, ਸਾਨੂੰ ਤੁਹਾਡੀ ਲੋੜ ਹੀ ਨਹੀਂ, ਅਸੀਂ ਆਪ ਹੀ ਸਾਰੇ ਕੰਮ ਕਰ ਲਾਂਗੇ, ਜਿਹੜੇ ਤੁਹਾਨੂੰ ਵੋਟਾਂ ਪਾ ਕੇ ਕਰਾਉਣੇ ਆ ਤੁਸੀਂ ਬਾਹਰ ਹੀ ਰਹੋ। ਅਤੇ ਐਤਕੀ ਪਹਿਲੀ ਵਾਰੀ ਹੈਗਾ ਕਿ ਉਹਨਾਂ ਨੇ ਇਹਨਾਂ ਨੂੰ ਏਡੇ ਵੱਡੇ ਪੱਧਰ ਦੇ ਉੱਤੇ ਬਾਹਰ ਕਰਕੇ ਤੇ ਸਾਰਾ ਕੁਝ ਦੇਖਿਆ ਹੈਗਾ। ਮੇਰਾ ਖਿਆਲ ਹੈ ਕਿ ਇਹ ਜਿਹੜਾ ਨਵਾਂ ਕੰਮ ਚੱਲਿਆ ਇਹਦਾ ਜਿਹੜਾ ਅਸਰ ਹੈ ਦੂਰ ਤੱਕ ਰਹੂਗਾ ਸਾਡੇ ਦੇਸ਼ ਦੀ ਰਾਜਨੀਤੀ ਤੇ। ਕਹਿੰਦੇ ਨੇ ਕਿ ਜਦੋਂ ਕੁਝ ਰਾਜਨੀਤੀ ਵੱਡਾ ਹੋਣਾ ਹੁੰਦਾ ਹੈ, ਵੱਡੇ ਬਦਲਾਅ ਆਉਂਦੇ ਤਾਂ ਉਸ ਵਕਤ ਲੋਕਾਂ ਦਾ ਇੱਕ ਇਕੱਠ ਖੜਾ ਹੁੰਦਾ ਹੈ ਜੋ ਕਿ ਹਰ ਤਸਵੀਰ ਬਦਲ ਕੇ ਰੱਖ ਦਿੰਦਾ ਹੈ। ਕੀ ਲੱਗਦਾ ਹੈ ਇਹੀ ਉਹ ਸਮਾਂ ਹੈ ਜਿਸ ਦੀ ਉਡੀਕ ਕਿੱਥੇ ਜਾ ਰਹੀ ਸੀ? ਕਿਉਂਕਿ ਬਹੁਤ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਲੋਕ ਆਪਣੀ ਆਵਾਜ਼ ਉਠਾਉਣ ਤੋਂ ਪਹਿਲਾਂ ਡਰਦੇ ਸੀਗੇ ਕਿ ਆਵਾਜ਼ ਉਠਾਈ ਜਾਵੇ, ਸਾਨੂੰ ਦਬਾ ਦਿੱਤਾ ਜਾਊਗਾ। ਇਹ ਅੰਦੋਲਨ ਨੇ ਬਹੁਤ ਕੁਝ ਪ੍ਰਾਪਤੀਆਂ ਕੀਤੀਆਂ। ਇਸ ਵਿਸ਼ੇ ਤੇ ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਹੈ ਕਿ ਪਹਿਲੀ ਗੱਲ ਤਾਂ ਸਾਨੂੰ ਮੋਦੀ ਜੀ ਦੇ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਕਿ ਉਹਨਾਂ ਨੇ ਪਹਿਲਾਂ ਤਾਂ ਲੋਕਾਂ ਨੂੰ ਕਰੋਨਾ ਦੇ ਨਾਂ 'ਤੇ ਅੰਦਰ ਵਾੜਿਆ ਅਤੇ ਫਿਰ ਜਿਹੜੇ ਇਹੋ ਜਿਹੇ ਕਾਨੂੰਨ ਲੈ ਕੇ ਆਏ, ਇੱਕ ਕਿਸਾਨੀ ਨੂੰ ਉਹਨਾਂ ਦੇ ਪਿੰਡਾਂ ਤੋਂ ਬੇਘਰ ਕਰਨ ਲਈ ਜਾਂ ਜ਼ਮੀਨਾਂ ਤੋਂ ਪੈਰ ਖਸਕਾਉਣ ਲਈ ਕੀਤੇ, ਅਤੇ ਦੂਸਰਾ ਮਜ਼ਦੂਰਾਂ 'ਤੇ ਕੀਤੇ। ਮਜ਼ਦੂਰਾਂ ਦੇ 44 ਕਾਨੂੰਨ ਵੀ ਕੱਟ ਕੇ 4 ਲੇਬਰ ਕੋਡ ਬਣਾਤੇ ਔਰ ਉਹਨਾਂ ਦੇ ਹੱਕ ਹਕੂਕ ਬਿਲਕੁਲ ਬਹੁਤ ਹੀ ਪੇਤਲੇ ਕਰ ਦਿੱਤੇ। ਮੈਂ ਹੁਣੇ ਸਾਰਾ ਕੁਝ ਪੜ੍ਹ ਕੇ ਆਇਆ। ਇਹ ਜਿਹੜੇ 2 ਹਮਲੇ ਕੀਤੇ ਆ ਦੁਨਾਲੀ ਦੇ ਨਾਲ, ਉਹਦਾ ਰਿਜ਼ਲਟ ਆਏ ਲੋਕਾਂ ਨੇ, ਜਿਹੜੇ ਪੰਜਾਬ ਦਿਆਂ ਨੇ ਸੋਚਿਆ ਹੱਦ ਹੋ ਗਈ ਹੈ। ਅਸੀਂ ਤੁਹਾਡੇ ਨਾਲ ਕਰੋਨਾ ਦੇ ਦੌਰਾਨ ਇੰਨਾ ਕੋਆਪਰੇਟ ਕੀਤਾ, ਅਸੀਂ ਉਦੋਂ ਵੀ ਅਨਾਜ ਇੰਨਾ ਜਿਹੜਾ ਵਧਾ ਕੇ ਦਿੱਤਾ ਤੁਹਾਨੂੰ। ਪੰਜਾਬ ਦੇ ਵਿੱਚ ਐਤਕੀ ਝੋਨਾ ਪਹਿਲਾਂ ਨਾਲੋਂ ਜ਼ਿਆਦਾ ਹੋਇਆ ਅਤੇ ਅਸੀਂ ਆਪਣੀਆਂ ਜਾਨਾਂ ਹੂਲ ਕੇ ਖੇਤੀ ਕਰਦੇ ਹਾਂ। ਪਹਿਲਾਂ ਵੀ ਸਾਰੇ ਦੇਸ਼ ਦੇ ਵਿੱਚ ਇੰਨਾ ਵੱਡਾ ਅਸੀਂ ਹਮਲਾ ਮਾਰ ਕੇ ਦੇਸ਼ ਨੂੰ ਅੰਨ ਪਾਣੀ ਖਵਾਉਂਦੇ ਰਹੇ ਹਾਂ। ਤੁਸੀਂ ਸਾਡੀਆਂ ਹੀ ਜ਼ਮੀਨਾਂ ਤੈਨੂੰ ਖੋਣੀਆਂ, ਜੇ ਲੋੜ ਆ ਇੰਨੀਆਂ ਜ਼ਮੀਨਾਂ ਦੀ ਅਦਾਨੀਆਂ ਬਾਨੀਆਂ ਨੂੰ ਭੇਜ ਦਿਓ, ਕੈਲੀਫੋਰਨੀਆ ਭੇਜ ਦਿਓ, ਅਮਰੀਕਾ, ਹੋਰ ਉੱਥੇ ਸਸਤੀ ਜ਼ਮੀਨ ਮਿਲਦੀ ਹੈ, ਜੋ ਵੀ ਮੋਨੋਪੋਲੀ ਕਰਨੀ ਉੱਥੇ ਕਰ ਲੈਣ। ਇੱਥੇ ਸਾਨੂੰ ਤਾਂ ਅਸੀਂ ਤਾਂ ਰੋਟੀ ਪਾਣੀ ਖਾਂਦੇ ਹਾਂ। 86% ਬੰਦੇ ਸਿਰਫ ਰੋਟੀ ਪਾਣੀ ਖਾਂਦੇ ਆ। ਇਹਨਾਂ ਨੂੰ ਰੋਟੀ ਪਾਣੀ ਖਾਂਦੇ ਚੰਗੇ ਕਿਉਂ ਨਹੀਂ ਲੱਗਦੇ ਬਈ? ਮੈਨੂੰ ਨਹੀਂ ਸਮਝ ਆਉਂਦੀ। ਇਹੋ ਜਿਹੇ ਕਾਨੂੰਨ ਲੈ ਆਉਂਦੇ ਜਿਹੜੇ ਵਾਕਿਆ ਹੀ ਮਾਰੂ, ਕਿਸਾਨ ਮਾਰੂ ਹੈਗੇ ਆ। ਇਹਦੇ 'ਚ ਕੋਈ ਦੋ ਰਾਏ ਨਹੀਂ। ਇੰਨਾ ਕਿਤੇ ਜੋ ਯੂਰਪ ਦਾ ਇਤਿਹਾਸ, ਅਮਰੀਕਾ ਦਾ ਇਤਿਹਾਸ ਅਸੀਂ ਸਾਰਾ ਪੜ੍ਹਦੇ ਹਾਂ ਪਿਛਲੇ 500-700 ਸਾਲ ਦਾ, ਕਿ ਉੱਥੇ ਖੇਤੀ 'ਚੋਂ ਕੱਢ ਕੇ ਲੋਕ ਕਿਵੇਂ ਸ਼ਹਿਰਾਂ 'ਚ ਸੁੱਟੇ ਸੀ। ਉਹ ਛੋਟੇ ਦੇਸ਼ ਸੀ, ਉੱਥੇ ਹੋ ਗਿਆ। ਸਾਡੇ ਇੰਨੇ ਤੁਸੀਂ 20 ਤੇ 30 ਕਰੋੜ ਬੰਦੇ ਬਾਹਰ ਕੱਢ ਕੇ ਤੁਸੀਂ ਸੁੱਟਣੇ ਚਾਹੋਗੇ, ਕਿੱਥੇ ਜਾਣਗੇ? ਮਰ ਜਾਣਗੇ। ਇਹ ਜਿਹੜੇ ਕਾਨੂੰਨ ਆ ਇਕੱਲੇ ਇਹਨਾਂ ਨੂੰ ਅਮੀਰ ਕਰਨ ਦੇ ਨਹੀਂ, ਇਹਨਾਂ ਨੂੰ ਇਸ ਧਰਤੀ ਤੋਂ ਚੱਲਦੇ ਕਰਨ ਦੇ ਇਹ ਕਾਨੂੰਨ ਆਏ ਹੈਗੇ। ਹੁਣ ਅਸੀਂ ਇੱਕ ਬੜਾ ਹੀ ਪ੍ਰਸਿੱਧ ਪੱਤਰਕਾਰ ਨੇ ਲੇਖ ਪੜ੍ਹ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੇ ਮੋਦੀ ਜੀ ਦੀ ਸਭ ਤੋਂ ਜੋ ਮਜ਼ਬੂਤ ਨਬਜ਼ ਹੈ ਜਾਂ ਸਭ ਤੋਂ ਕਮਜ਼ੋਰ ਨਬਜ਼ ਹੈ ਉਹ ਫੜ ਲਈ ਹੈ। ਉਸ ਦਾ ਨਤੀਜਾ ਹੈਗਾ ਕਿ ਇਸ ਵਕਤ ਹਰ ਇੱਕ ਵੱਡਾ ਐਕਸ਼ਨ ਹੋਣ ਤੋਂ ਸਰਕਾਰ ਵੀ ਡਰ ਰਹੀ ਹੈ, ਦੂਜੇ ਪਾਸੇ ਕਿਸਾਨ ਵੀ ਜ਼ੋਰ ਲਗਾ ਰਹੇ ਨੇ। ਉਹ ਨਬਜ਼ ਦੀ ਗੱਲ ਜ਼ਰੂਰ ਸੀ जानना चाहोगे नब्ज का कहना तात्पर्य की हो सकता है? देखो जी किसाना ने जी नब्ज फड़ी है
ਉਹ ਇਹੀ ਫੜੀ ਆ ਕਿ ਮੈਂ ਤੇ ਜੋ ਸਮਝਦਾ ਆ ਕਿ ਜੋ ਤਾਨਾਸ਼ਾਹ ਮਾਈਂਡ ਸੀਗਾ ਇਹਨਾਂ ਦਾ ਕਿ ਮੈਂ ਕਿਸੇ ਨੂੰ ਕੁਛ ਨਹੀਂ ਮੰਨਦਾ, ਪਹਿਲੀ ਵਾਰੀ ਇਹਨਾਂ ਨੇ ਦਿੱਲੀ ਨੂੰ ਘੇਰ ਕੇ ਦੱਸਤਾ ਕਿ ਸਭ ਤੋਂ ਜ਼ਿਆਦਾ ਜਿਹੜੀ ਸ਼ਕਤੀ, ਜਿਹੜੀ ਅਸਲੀ ਸੋਵਰਨਟੀ ਹੁੰਦੀ ਹੈ, ਜਿਹੜੀ ਸ਼ਕਤੀ ਹੁੰਦੀ ਉਹ ਲੋਕਾਂ ਕੋਲ ਹੀ ਹੁੰਦੀ ਹੈ। ਵੋਟ ਪਾਉਣ ਦੇ ਨਾਲ ਲੋਕ ਸ਼ਕਤੀ ਖਤਮ ਨਹੀਂ ਹੋ ਜਾਂਦੀ, ਉਹ ਤੁਹਾਨੂੰ ਇੱਕ ਡਿਊਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਪਾਰਲੀਮੈਂਟ ਜਾ ਕੇ ਸਾਡੇ ਲਈ ਕੰਮ ਕਰੋ ਔਰ ਤੁਹਾਨੂੰ ਉਹਦੇ ਲਈ ਤਨਖਾਹਾਂ ਦਿੰਦੀ ਹੈ। ਇਹੀ ਲੋਕ ਆਪਣੀਆਂ ਕਮਾਈਆਂ ਕਰਕੇ ਤੁਹਾਨੂੰ ਤਨਖਾਹਾਂ ਦਿੰਦੇ ਆ, ਸੁੱਖ ਸਹੂਲਤਾਂ ਦਿੰਦੇ ਆ, ਸਸਤੇ ਮੁਰਗੇ ਖਵਾਉਂਦੇ ਆ ਕੰਟੀਨਾਂ ਦੇ, ਭਾਵੇਂ ਹੁਣ ਰੇਟ ਬਦਲ ਦਿੱਤੇ ਆ ਉਹਨਾਂ ਨੇ, ਤੇ ਸਾਰਾ ਕੁਝ ਤੁਹਾਨੂੰ ਕਰਦੇ ਆ। 5-5 6-6 7-7 ਪੈਨਸ਼ਨਾਂ ਦਿੰਦੇ ਆ ਜਿੰਨੀ ਵਾਰੀ ਤੁਸੀਂ ਚੁਣ ਕੇ ਜਾਣ, ਤੇ ਤੁਸੀਂ ਇਹਨਾਂ ਦੇ ਉੱਤੇ ਕਰੋਗੇ। ਉਹਨਾਂ ਨੇ ਕਿਹਾ ਤੁਸੀਂ ਬਾਹਰ ਜਾਓ। ਇਸ ਕਰਕੇ ਜਿਹੜੀ ਸਾਡੇ ਸਾਰੇ ਦੇਸ਼ ਦੀ ਰਾਜਨੀਤੀ ਦਾ ਜਾਂ ਮੋਦੀ ਜੀ ਦਾ ਵੀ ਜਿਹੜਾ ਸੋਚਣਾ ਸੀਗਾ ਕਿ ਮੈਂ ਤੇ ਲੋਕਾਂ ਨੂੰ ਪਾੜ ਕੇ, ਡਰਾ ਕੇ, ਧਮਕਾ ਕੇ, ਘੱਟ ਗਿਣਤੀ ਬਹੁ ਗਿਣਤੀਆਂ ਨੂੰ ਲੜਾ ਕੇ ਤੇ ਆਪਣਾ ਕੰਮ ਕਰੀ ਜਾਊਗਾ, ਕਦੀ ਬਾਲਾਕੋਟ ਦਾ ਕਰਤਾ, ਕਦੀ ਹੋਰ ਕੋਟ ਦਾ ਕਰ ਦੂ, ਕਦੀ ਓਵਰਕੋਟ ਦਾ ਕਰ ਦੂ, ਇਹੋ ਜਿਹੇ ਕੰਮਾਂ ਦੇ ਰਾਹੀਂ ਉਹ ਆਪਣਾ ਕੰਮ ਲੋਕਾਂ 'ਚੋਂ ਵੋਟਾਂ ਲੈਣ ਤੱਕ ਉਹਨਾਂ ਦਾ ਮਤਲਬ। ਉਦੋਂ ਬਾਅਦ 5 ਸਾਲ ਫਿਰ ਚੌਥੇ ਸਾਲ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਮਾੜਾ ਮੋਟਾ ਕੁਝ ਦੇ ਕੇ ਦੁਬਾਰਾ। ਉਸ ਗੱਲ ਦੀ ਚੇਨ ਜਿਹੜੀ ਲਗਾਤਾਰ ਆ ਰਹੀ ਸੀ ਉਹਨੂੰ ਤੋੜ ਕੇ ਦੱਸਦਾ। ਅਜੇ 1.5 ਸਾਲ ਹੋਇਆ ਮੋਦੀ ਸਰਕਾਰ ਨੂੰ, 3.5 ਸਾਲ ਕੱਢਣੇ ਆ ਔਰ ਉਹ 3.5 ਸਾਲ ਜੇ ਇਸੇ ਤਰ੍ਹਾਂ ਹੀ ਮੋਦੀ ਆਕੜ ਕੇ ਰਿਹਾ ਤੇ ਇਹ 3.5 ਸਾਲ ਉਹਨਾਂ ਨੂੰ ਕੱਢਣੇ ਔਖੇ ਹੋ ਜਾਣਗੇ। 26 ਜਨਵਰੀ ਨੂੰ ਦੇਖ ਲਿਓ, ਜੇ 26 ਜਨਵਰੀ ਨੂੰ ਖੁਦਾ ਨਾ ਖਾਸਤਾ ਜੇ ਸਰਕਾਰ ਨੇ ਕੋਈ ਵਧੀਕੀ ਕਰਤੀ ਜਿਹਦੀ ਸਾਨੂੰ ਬੜੀ ਸ਼ੰਕਾ ਆ, ਕਿਉਂਕਿ ਇਹ ਲੋਕ ਨਹੀਂ ਕਰਨਗੇ, ਜੇ ਇਹਨਾਂ ਨੇ ਕਰਨੀ ਹੁੰਦੀ ਹੁਣ ਤਾਂ ਕਰ ਦਿੰਦੇ। ਇਹ ਬਿਲਕੁਲ ਸ਼ਾਂਤਮਈ ਲੀਡਰਸ਼ਿਪ ਦੇ ਬਿਲਕੁਲ ਕਹਿਣੇ ਤੇ ਚੱਲਣ ਵਾਲੇ ਆ। ਬਿਲਕੁਲ ਮੈਂ ਕਹਿੰਦਾ ਇੱਕ ਲਾਮਿਸਾਲ ਇੱਕ ਨਵੀਂ ਕਿਸਮ ਦੀ ਰਵਾਇਤ ਹੈਗੀ ਆ ਦੇਸ਼ ਦੇ ਵਿੱਚ ਐਡੇ ਵੱਡੇ ਅੰਦੋਲਨਾਂ ਦੀ ਕਿ ਜਿਹੜੇ ਬਿਲਕੁਲ ਸ਼ਾਂਤਮਈ ਆ। ਪਰ ਜੇ ਕੋਈ ਇਹੋ ਜਿਹੀ ਉੱਥੇ ਹੋ ਗਈ ਔਰ ਫਿਰ ਦੇਖਿਓ ਪੂਰੇ ਦੇਸ਼ ਦੇ ਵਿੱਚ ਐਡਾ ਵੱਡਾ ਵਿਦੇਸ਼ਾਂ 'ਚ ਇਹਦਾ ਸੁਨੇਹਾ ਜਾਣਾ, ਪੂਰਾ ਦੇਸ਼ ਖੜਾ ਹੋ ਜਾਊਗਾ, ਦੇਸ਼ ਸਿਵਲ ਵਾਰ ਵਰਗੀ ਸਿਚੁਏਸ਼ਨ 'ਚ ਪਹੁੰਚ ਜਾਊਗਾ। ਮੈਂ ਤੁਹਾਨੂੰ ਅੱਜ ਇਹ ਕਹਿ ਰਿਹਾ, ਫਿਰ ਮੋਦੀ ਜੀ ਨੂੰ ਇਹ 3 ਕਾਨੂੰਨ ਕੀ ਆਪਣੀ ਸਰਕਾਰ ਤੋਂ ਵੀ ਹੱਥ ਧੋਣਾ ਪੈ ਸਕਦਾ। ਸ਼ੁਰੂ ਵਿੱਚ ਜਦੋਂ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਸ਼ਾਇਦ ਕਿਸੇ ਰਾਜਨੇਤਾ ਨੇ ਨਹੀਂ ਸੋਚਿਆ ਹੋਣਾ ਕਿ ਇਹ ਅੰਦੋਲਨ ਛੋਟਾ ਜਿਹਾ ਸ਼ੁਰੂ ਹੋ ਕੇ ਐਡਾ ਵੱਡਾ ਰੂਪ ਲੈ ਸਕਦਾ ਹੈ। ਉਸ ਤੋਂ ਬਾਅਦ ਕਿਸਾਨਾਂ ਨੇ ਇੱਕ ਗੱਲ ਸਪਸ਼ਟ ਕੀਤੀ ਕਿ ਸਾਡੀ ਸਟੇਜ ਤੇ ਕੋਈ ਵੀ ਰਾਜਨੀਤਿਕ ਨਾ ਹੋਵੇ, ਸਾਡੇ ਬੈਨਰ ਹੇਠ ਕਿਸੇ ਨੇ ਆਣਾ ਆ ਸਕਦਾ ਹੈ ਪਰ ਆਮ ਬੰਦਾ ਬਣ ਕੇ ਆਵੇ, ਰਾਜਨੇਤਾ ਬਣ ਕੇ ਨਾ ਆਵੇ। ਕਿਤੇ ਇਹ ਵੀ ਬਹੁਤ ਵੱਡਾ ਕਾਰਨ ਹੋ ਸਕਦਾ ਜੋ ਕਿ ਅੰਦੋਲਨ ਇੱਥੋਂ ਤੱਕ ਪਹੁੰਚ ਗਿਆ ਹੈ। ਇਹ ਦੇਖੋ ਉਹਦਾ ਇੱਕ ਰਾਜਨੀਤਿਕ ਲੋਕਾਂ ਨੂੰ ਦੂਰ ਰੱਖਣਾ ਅੰਦੋਲਨ ਤੋਂ, ਉਹ ਤੇ ਬੜੀ ਵੱਡੀ ਗੱਲ ਹੈ ਕਿਉਂਕਿ ਉਹਨਾਂ ਦਾ ਹੈ ਸੱਤਾ ਹਥਿਆਉਣਾ, ਇਹਨਾਂ ਦਾ ਹੈ ਸੱਤਾ ਆਪਣਾ ਆਪਣੇ ਕੋਲ ਬਰਕਰਾਰ ਰੱਖਣੀ, ਆਪਣੀ ਸੱਤਾ ਵਧਾਉਣੀ। ਉਹ ਇਹਨਾਂ ਦੀ ਕੀਮਤ ਦੇ ਉੱਤੇ ਆਪਣੀ ਸੱਤਾ ਨੂੰ ਵਧਾਉਂਦੇ ਆ, ਉਹਨਾਂ ਦੀ ਸੱਤਾ ਤਾਂ ਵੱਧਦੀ ਆ ਇਹ ਲੜਨ। ਇਹ ਉਲਟਾ ਡਿਸਕੋਰਸ ਆ, ਇੱਥੇ ਭਰੋਸਾ ਆ, ਸਹਿਚਾਰ ਆ, ਇਮਾਨਦਾਰੀ ਹੈ, ਇੱਕ ਦੂਜੇ ਦੀ ਮਦਦ ਕਰਨੀ ਆ, ਕੋਆਪਰੇਸ਼ਨ ਆ। ਇਸ ਕਰਕੇ ਜਿਹੜਾ ਇਹ ਡਿਸਕੋਰਸ ਹੈ ਇਹ ਬਿਲਕੁਲ ਅਲੱਗ ਹੈਗਾ। ਤੇ ਜਿਹੜੇ ਸੱਤਾ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਇਸੇ ਕਰਕੇ ਬਾਹਰ ਰੱਖਿਆ ਕਿ ਉਹ ਸਾਨੂੰ ਕਮਜ਼ੋਰ ਕਰਨਗੇ, ਸਾਡੀ ਕਾਸਟ ਦੇ ਉੱਤੇ ਸਾਨੂੰ ਕੀਮਤ ਉਹਨਾਂ ਦੀ ਵੀ ਤਾਰਨੀ ਪਊਗੀ। ਇਸ ਲਈ ਇਹ ਜਿਹੜਾ ਨਵਾਂ ਅਲਟਰਨੇਟਿਵ ਲੋਕ ਪ੍ਰਿਯ ਲੋਕ ਸੰਘਰਸ਼ ਬਣ ਗਿਆ, ਅੱਜ ਇਹ ਜਨ ਅੰਦੋਲਨ ਬਣ ਗਿਆ, ਉਹਦਾ ਕਾਰਨ ਇਹੀ ਹੈ ਕਿ ਜਿਹੜੇ ਵਿੱਚ ਉਹ ਜ਼ਹਿਰ ਪਾਉਣ ਵਾਲੇ ਜਾਂ ਲੋਕਾਂ ਨੂੰ ਲੜਾਉਣ ਵਾਲੇ, ਲੋਕਾਂ ਦੀ ਸ਼ਕਤੀ ਤੋਂ ਆਪਣੀ ਸ਼ਕਤੀ ਪਾਉਣ ਵਾਲੇ, ਉਹ ਸਾਰੇ ਬਾਹਰ ਰੱਖੇ ਜਿਹੜੇ ਪੈਰਾਸਾਈਟ ਆ। ਜਿਵੇਂ ਮੱਛਰ ਖੂਨ ਪੀ ਜਾਂਦਾ, ਉਹ ਖੂਨ ਪੀਣ ਵਾਲੇ ਆ ਜਿਹੜੇ ਆ ਹੁਣ ਕਿਤੇ ਹੋਰ ਹੀ ਬੀਨ ਵਜਾਉਣਗੇ ਕੰਨਾਂ 'ਚ ਜਾ ਕੇ, ਉਹ ਇੱਥੇ ਨਹੀਂ ਆ ਸਕਦੇ। ਪਰ ਅਲਟੀਮੇਟਲੀ ਇਹਨਾਂ ਨੂੰ ਵੀ ਕੋਈ ਨਾ ਕੋਈ ਇਸ ਜਨ ਅੰਦੋਲਨ 'ਚੋਂ ਕੁਛ ਤੇ ਰਾਜਨੀਤਿਕ ਸੋਚ ਕੱਢਣੀ ਪਊਗੀ ਕਿ ਜਿਹੜੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਆਪਣਾ ਲੱਗੇ, ਜਿਹੜੀ ਇਹਨਾਂ ਦੀ ਆਪਣੇ ਦੀ ਸੁਣਵਾਈ ਕਰੇ। ਹੁਣ ਆਉਣ ਵਾਲੇ ਸਮੇਂ ਵਿੱਚ ਬੇਸ਼ੱਕ ਹਰ ਨਜ਼ਰੀਆ ਬਦਲੇਗਾ, ਚੋਣਾਂ ਦੇ ਵਾਅਦੇ ਬਦਲਣਗੇ, ਚੋਣਾਂ ਦੇ ਨਜ਼ਰੀਏ ਬਦਲਣਗੇ, ਕਿਸ ਤਰੀਕੇ ਨਾਲ ਚੋਣ ਹੋਣੀ ਹੈ, ਮੁੱਦੇ ਹੀ ਬਦਲਣਗੇ। ਮੁੱਦੇ ਹੁਣ ਲੱਗਦਾ ਕਿ ਸਾਰੇ ਕਿਸਾਨੀ ਦੇ ਅੱਗੇ ਟਿਕਣਗੇ ਕਿ ਮੁੱਦੇ ਜੋ ਅਗਲੇ ਵਾਰ ਹੋਣਗੇ। ਤਾਂ ਕੀ ਲੱਗਦਾ ਹੈ ਸਿਆਸੀ ਤੌਰ ਤੇ ਉਹ ਸਮੀਕਰਨ ਕਿਸ ਤਰੀਕੇ ਦੇ ਵੇਖਦੇ ਹੋ? ਇੱਕ ਦੂਰਅੰਦੇਸ਼ੀ ਦੀ ਗੱਲ ਕਰੀਏ ਆਪਾਂ, ਬਹੁਤ ਲੰਬੀ ਨਿਗਾਹ ਮਾਰਦੇ ਤੁਸੀਂ ਸੁਣਦੇ ਰਹਿੰਦੇ ਆ, ਕੀ ਸਮਝਦੇ ਹੋ ਉੱਥੇ ਜਾ ਕੇ ਜਦੋਂ ਇਲੈਕਸ਼ਨਾਂ ਦੇ ਮਾਹੌਲ ਹੋਣਗੇ? ਹਾਲਾਂਕਿ ਹੁਣ ਇਲੈਕਸ਼ਨ ਆ ਰਹੇ ਨੇ, ਕਾਰਪੋਰੇਸ਼ਨ ਦੇ ਇਲੈਕਸ਼ਨ ਹੈਗੇ ਨੇ, ਉਸ ਦੌਰਾਨ ਕੀ ਸਮਝਦੇ ਹੋ ਕੀ ਕੁਝ ਹੋ ਸਕਦਾ ਹੈ? ਕਿ ਆਉਣ ਵਾਲਾ ਜਿਹੜਾ ਨਜ਼ਾਰਾ ਹੋਊਗਾ ਕਿਸ ਵਕਤ ਕਿਸ ਤਰੀਕੇ ਦਾ ਦੇਖੋ ਇਸ ਵੇਲੇ ਸਭ ਲੋਕਾਂ ਦਾ, ਪੰਜਾਬੀਆਂ ਦਾ, ਘਰ ਘਰ ਸਾਰੇ ਜਨ ਦਾ ਇਸ ਵੱਲ ਧਿਆਨ ਲੱਗਿਆ ਕਿ ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਕੀ ਹੁੰਦਾ। ਉੱਥੇ ਇਲੈਕਸ਼ਨਾਂ ਹੋ ਜਾਣਗੀਆਂ, ਪਹਿਲਾਂ ਵੀ ਹੋਈ ਜਾਂਦੀਆਂ, ਆਮ ਕਰਕੇ ਉਹ ਚੋਣਾਂ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਆ ਉਹ ਉੱਥੇ ਲੈ ਜਾਂਦੀ ਹੁੰਦੀ ਖਿੱਚ ਕੇ। ਤੇ ਮੈਨੂੰ ਐਂ ਲੱਗਦਾ ਕਿ ਉਹਦੇ 'ਚੋਂ ਕੋਈ ਬਹੁਤਾ ਇਲੈਕਸ਼ਨਾਂ ਵੱਲ ਕਿਸੇ ਦਾ ਧਿਆਨ ਨਹੀਂ। ਰਾਜਨੀਤਿਕ ਪਾਰਟੀਆਂ ਦਾ ਜ਼ਰੂਰ ਆਪੋ ਆਪਣੇ ਸਕੋਰ ਸੈਟਲ ਕਰ ਲਿਆ। ਮੈਂ ਦੇਖਿਆ ਰੋਜ਼ ਸੁਖਬੀਰ ਬਾਦਲ ਉਹਨਾਂ ਦੇ ਬਿਆਨ ਆਉਂਦੇ, ਉੱਧਰੋਂ ਅਜੇ ਕਾਂਗਰਸ ਉਨੀ ਜ਼ਿਆਦਾ ਐਕਟਿਵ ਨਹੀਂ ਹੋਈ, ਪਰ ਉਹ ਲੱਗੇ ਹੋਏ ਆ ਸਾਰੇ ਇਹਨਾਂ ਹਾਲਾਤ। ਉਹੀ ਗੱਲ ਕਰ ਰਹੇ ਸੀ, ਇੱਕ ਪਾਸੇ ਕਿਸਾਨ ਤਾਂ ਅੰਦੋਲਨ ਕਰ ਰਹੇ ਨੇ, ਡਟੇ ਹੋਏ ਨੇ, ਆਮ ਜਨ ਡਟਿਆ ਹੋਇਆ, ਦੂਜੇ ਪਾਸੇ ਪਾਰਟੀਆਂ ਰੋਜ਼ਾਨਾ ਖਬਰ ਆਉਂਦੀ ਹੈ ਕਿ ਆਹ ਪਾਰਟੀ ਛੱਡ ਕੇ ਇੰਨੇ ਅਸੀਂ ਸ਼ਾਮਲ ਕਰਾ ਲਏ, ਇੰਨੇ ਛੱਡ ਕੇ ਆਹ ਸ਼ਾਮਲ ਕਰਾ ਲਏ। ਇਹਨੂੰ ਕੀ ਸਮਝਿਆ ਜਾਵੇ ਕਿ ਉਹ ਆਮ ਲੋਕਾਂ ਨਾਲ ਵੱਖਰੇ ਨੇ
ਉਹਨਾਂ ਦੀ ਕੋਈ ਵੱਖਰੀ ਪ੍ਰਵਰਤੀ ਹੈਗੀ ਇਹ ਅਫਸੋਸ ਦੀ ਗੱਲ ਆ ਕਿ ਤਿੰਨੇ ਪਾਰਟੀਆਂ ਇੱਕ ਦੂਜੇ ਦੇ ਵਿਰੁੱਧ ਰੋਜ਼ ਬਿਆਨ ਦਿੰਦੀਆਂ। ਆਮ ਆਦਮੀ ਪਾਰਟੀ, ਅਕਾਲੀ ਦਲ, ਬੀਜੇਪੀ ਤੇ ਚਲੋ ਵੈਸੇ ਹੀ ਨੌਨ ਪਾਰਟੀ ਬਣਾਤੀ, ਤੇ ਜਿਹੜੀ ਕਾਂਗਰਸ ਪਾਰਟੀ ਹੈਗੀ, ਇਹ ਆਪਣੇ ਤਿੰਨੇ ਇੱਕ ਦੂਜੇ ਦੇ ਵਿਰੁੱਧ ਦਿੰਦੀਆਂ। ਇਹ ਚਾਹੀਦਾ ਸੀ ਕਿ ਤਿੰਨੇ ਇਕੱਠੀਆਂ ਹੋ ਕੇ ਕਿਸਾਨਾਂ ਦੇ ਪਿੱਛੇ ਖੜੇ ਹੁੰਦੀਆਂ ਤੇ ਇਲੈਕਸ਼ਨ ਜਿਹੜੀ ਆ ਥੋੜੀ ਦੇਰ ਨਾਲ ਕਰਾ ਲੈਂਦੇ। ਜੇ ਕਰਾਉਣੀਆਂ ਤੇ ਚੁੱਪ ਚਪੀਤੇ ਕਰ ਲੈਣ, ਇੱਕ ਦੂਜੇ ਦੇ ਵਿਰੁੱਧ ਨਾ ਬਿਆਨ ਦੇਣ। ਇਹ ਸਗੋਂ ਉੱਥੋਂ ਵੀ ਸ਼ਹਿਰਾਂ 'ਚ ਵੀ ਲੋਕ ਜਿਹੜੇ ਆ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚੋਂ ਇੱਥੇ ਕਿੰਨੇ ਭੇਜ ਸਕਦੇ ਆ, ਇਹੋ ਜਿਹੀਆਂ ਗੱਲਾਂ ਕਰਦੇ ਤੇ ਉਹ ਇੱਥੇ ਜ਼ਿਆਦਾ ਸਤਿਕਾਰਤ ਹੁੰਦੇ, ਤੇ ਜਿਹੜਾ ਉਹਨਾਂ ਨੂੰ ਛੇਕਿਆ ਉਹ ਦੁਬਾਰਾ ਸ਼ਾਇਦ ਗੰਢ ਧੁੱਪ ਹੋ ਜਾਂਦੀ। ਪਰ ਜੋ ਇੰਜ ਕਰੀ ਜਾਣਗੇ ਕਿ ਆਪਣੇ ਹੀ ਸਵਾਰਥੀ ਢੰਗ ਦੇ ਨਾਲ ਰਾਜਨੀਤੀ ਨੂੰ ਚਲਾਉਣਗੇ, ਇਸ ਵੇਲੇ ਇਹ ਜਿਹੜੇ ਇੰਨੀ ਸ਼ਕਤੀ ਇੱਥੇ ਜਨਰੇਟ ਹੋਈ ਆ ਉਸ ਵੱਲ ਧਿਆਨ ਨਹੀਂ ਦੇਣਗੇ, ਤੇ ਫਿਰ ਇਹ ਗੱਲ ਹੈ ਤੇ ਉਹਨਾਂ ਨੂੰ ਮਹਿੰਗੀ ਪੈ ਸਕਦੀ ਆ ਆਉਣ ਵਾਲੇ ਸਮੇਂ। ਸਰ ਮੇਰਾ ਆਖਰੀ ਸਵਾਲ ਹੈ, 26 ਤਰੀਕ ਤੇ ਸਭ ਦੀ ਕੰਸਲਟੇਸ਼ਨ ਹੈਗੀ ਹੈ। ਕੱਲ੍ਹ ਇੱਕ ਵਿਅਕਤੀ ਫੜਿਆ ਗਿਆ ਸਿੰਘੂ ਬਾਰਡਰ ਤੋਂ, ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਦੱਸਿਆ ਜਾਂਦਾ ਕਿ ਇਹ ਵਿਅਕਤੀ ਉਹੀ ਹੈ ਜਿਹੜਾ ਕੱਲ੍ਹ ਸਿੰਘੂ ਬਾਰਡਰ ਤੋਂ ਫੜਿਆ ਗਿਆ ਸੀਗਾ। ਉਹ ਕਹਿ ਰਿਹਾ ਕਿ ਮੇਰੇ ਤੋਂ ਕਿਸਾਨ ਆਗੂਆਂ ਨੇ ਧੱਕੇ ਨਾਲ ਬਿਆਨ ਦਵਾਏ, ਮੈਨੂੰ ਸ਼ਰਾਬ ਪਿਲਾਈ ਗਈ, ਇਹੋ ਜਿਹਾ ਕੁਛ ਕੀਤਾ ਗਿਆ। ਤਾਂ ਉਮੀਦ ਜਤਾਈ ਜਾ ਸਕਦੀ ਹੈ 26 ਨੂੰ ਲੈ ਕੇ ਜਿਹੜੇ ਸ਼ੰਕੇ ਪੈਦਾ ਹੋ ਰਹੇ ਸੀ ਕੁਝ ਹੋ ਸਕਦਾ ਹੈ, ਉਸ ਤੋਂ ਕਿਤੇ ਨਾ ਨਹੀਂ ਕੀਤੀ ਜਾ ਸਕਦੀ। ਨਹੀਂ ਦੇਖੋ, ਇਹਦੇ ਵਿੱਚ ਹੈ ਕਿ ਇੰਟੈਲੀਜੈਂਸ ਏਜੰਸੀਆਂ ਹਰ ਜਗ੍ਹਾ ਵਿੱਚ ਵੜਦੀਆਂ, ਹੁਣ ਵੀ ਹੋਣਗੀਆਂ। ਉਹਦੇ ਮੀਟਿੰਗਾਂ ਤੱਕ ਵੀ ਪੂਰਾ ਉਹਨਾਂ ਨੂੰ ਪਤਾ ਹੁੰਦਾ ਅੰਦਰ ਕੀ ਹੋ ਰਿਹਾ, ਉਹ ਇੰਨਾ ਕਿਤੇ ਪੈਨੀਟ੍ਰੇਟ ਕਰਦੀਆਂ। ਆਫਟਰ ਆਲ ਇਹ ਸਰਕਾਰਾਂ ਆ, ਸਰਕਾਰਾਂ ਦੀ ਜਿਹੜੀਆਂ ਬਾਹਾਂ ਬਹੁਤ ਲੰਬੀਆਂ ਹੁੰਦੀਆਂ ਔਰ ਉਹਨਾਂ ਕੋਲ ਬਹੁਤ ਤਰੀਕੇ ਹੁੰਦੇ ਪੈਨੀਟ੍ਰੇਟ ਕਰਨ ਦੇ। ਪਰ ਇਹ ਤਾਂ ਓਪਨ ਕਿਤਾਬ ਹੈ, ਇਹਦੇ 'ਚ ਕੋਈ ਲੁਕਿਆ ਛਿਪਿਆ ਹੈ ਹੀ ਨਹੀਂ, ਜੋ ਮਰਜ਼ੀ ਕਰ ਲੈਣ। 26 ਵਾਲੀ ਟੈਨਸ਼ਨ ਸਾਰਿਆਂ ਨੂੰ ਹੈਗੀ ਆ ਕਿ ਉਹ ਐਸ ਕਰਕੇ ਨਹੀਂ ਕਿ ਇਹ ਲੋਕ ਕੁਝ ਕਰਨਗੇ। ਹੋ ਸਕਦਾ ਸਰਕਾਰ ਇਹਨਾਂ ਦਾ ਧਿਆਨ ਹਟਾਉਣ ਲਈ, ਮੰਗਾਂ ਤੋਂ ਪਰਾਂ ਹਟਾਉਣ ਲਈ ਇਹੋ ਜਿਹਾ ਕੋਈ ਕੰਮ ਕਰ ਦੇਣ ਕਿ ਜਿਹਦੇ ਨਾਲ ਫਿਰ ਮੰਗਾਂ ਇੱਕ ਪਾਸੇ ਹੋ ਜਾਣ ਤੇ ਕੋਈ ਨਵੇਂ ਮੁੱਦੇ ਖੜੇ ਹੋ ਜਾਣ। ਇਹ ਸ਼ੰਕਾ ਬਣਿਆ। ਪਰ ਇੱਕ ਗੱਲ ਮੈਂ ਸਾਫ਼-ਸਾਫ਼ ਕਹਿ ਦਿੰਦਾ ਆ ਕਿ ਇਹ ਜੇ ਕੁਝ ਹੁੰਦਾ ਤੇ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੋਊਗੀ ਜਾਂ ਉਹੋ ਜਿਹੇ ਰਾਜਨੀਤਿਕ ਹਿੱਤਾਂ ਦੀ ਹੋਊਗੀ ਜਿਹੜੇ ਇੱਥੇ ਬੈਠ ਕੇ ਆਪਣਾ ਵਲਚਰ ਵਾਂਗੂ, ਗਿੱਧ ਵਾਂਗੂ ਬੈਠੇ ਹੋਇਆ ਕਿ ਕਿਸੇ ਨਾ ਕਿਸੇ ਸਾਨੂੰ ਕੋਈ ਇੱਥੇ ਮਾਲ ਮੱਤਾ ਮਿਲੇ, ਸਾਨੂੰ ਵੋਟਾਂ ਮਿਲਣ ਜਾਂ ਕਿਸੇ ਕਿਸਮ ਦਾ ਵੀ ਲਾਹਾ, ਰਾਜਨੀਤਿਕ ਲਾਹਾ ਮਿਲੇ। ਇਸ ਲਈ ਸਰਕਾਰਾਂ ਨੂੰ ਬਿਲਕੁਲ ਹੀ ਇਸ ਗੱਲ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ। ਜੇ ਕਿਸੇ ਵੀ ਕਿਸਮ ਦਾ ਭਾਵੇਂ ਕੋਈ ਅੰਦਰੋਂ ਹੋਰ ਸ਼ਕਤੀ ਹੋਵੇ ਜਾਂ ਸਰਕਾਰਾਂ ਵੱਲੋਂ ਹੋਵੇ, ਕਿਤਿਓਂ ਵੀ ਹੋਵੇ, ਜਿਹਨੇ ਵੀ ਇਹ ਕੀਤਾ ਉਹਨੂੰ ਵੀ ਇਹ ਬਹੁਤ ਮਹਿੰਗਾ ਪੈ ਸਕਦਾ, ਕਿਉਂਕਿ ਫਿਰ ਇਹ ਜਿਹੜਾ ਗੁੱਸਾ ਹੁਣ ਬੜਾ ਸ਼ਾਂਤਮਈ ਹੈ, ਇਸ ਦੀ ਵਿਸ਼ਾਲਤਾ ਹੋਰ ਹੋਊਗੀ। ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਸਾਡੇ ਨਾਲ ਮੌਜੂਦ ਸੀਗੇ। ਤਸਵੀਰ ਤੁਹਾਨੂੰ ਮੁੜ ਤੋਂ ਦਿਖਾ ਦਿੰਦੇ ਆ ਕਿ ਮੌਜੂਦਾ ਤਸਵੀਰ ਕਿਸ ਤਰੀਕੇ ਦੀ ਹੈ। ਟਿਕਰੀ ਬਾਰਡਰ ਦੀਆਂ ਤਸਵੀਰਾਂ ਨੇ, ਇਹ ਤਸਵੀਰਾਂ ਪਿੰਡ ਕੈਲੀਫੋਰਨੀਆ ਦੇ ਨੇ। ਤੁਹਾਨੂੰ ਗਰਾਊਂਡ ਦਿਖਾ ਦਿੰਦੇ ਪਿਕਚਰ ਇੱਕ ਕਿਸ ਤਰੀਕੇ ਦੀ ਹੈ। ਦੂਰ ਦੂਰ ਤੱਕ ਤੁਹਾਨੂੰ ਜਿੱਥੇ ਤੱਕ ਨਿਗਾਹ ਜਾਵੇਗੀ ਤੁਹਾਨੂੰ ਟਰਾਲੀਆਂ ਖੜੀਆਂ ਨਜ਼ਰ ਆਉਣਗੀਆਂ ਅਤੇ ਵੱਡਾ ਇਕੱਠ, ਕਿਉਂਕਿ ਕੁਝ ਦਿਨ ਤੱਕ ਪਹਿਲੇ ਇੰਨੀ ਟਰਾਲੀ ਇੱਥੇ ਨਹੀਂ ਸੀਗੀਆਂ ਜਿੰਨੀਆਂ ਕਿ ਇਸ ਵਕਤ ਤੁਸੀਂ ਵੇਖ ਰਹੇ ਹੋ। ਇੱਥੇ ਮਾਹੌਲ ਜੋ ਇਸ ਵਕਤ ਤੁਸੀਂ ਵੇਖ ਸਕਦੇ ਹੋ, ਥੱਲੇ ਕ੍ਰਿਕਟ ਮੈਚ ਚੱਲ ਰਿਹਾ। ਕੁਝ ਨੌਜਵਾਨ ਜੋ ਨੇ ਇੱਥੇ ਕ੍ਰਿਕਟ ਖੇਡ ਰਹੇ ਨੇ। ਇੱਕ ਵੱਖਰਾ ਨਜ਼ਾਰਾ ਤੁਹਾਨੂੰ ਇੱਥੇ ਵੇਖਣ ਨੂੰ ਮਿਲੇਗਾ ਕਿ ਵੱਖਰਾ ਮਾਹੌਲ ਕਿਸ ਤਰੀਕੇ ਦਾ ਹੈ। ਕ੍ਰਿਕਟ ਦੇ ਚੌਕੇ ਛੱਕੇ ਲਗਾਏ ਜਾ ਰਹੇ ਨੇ। ਇਸੇ ਤਰੀਕੇ ਨਾਲ ਅੰਦੋਲਨ ਨੂੰ ਜਿੱਤਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਤੁਸੀਂ ਵੇਖ ਸਕਦੇ ਹੋ ਲੰਗਰ ਪਾਣੀ ਬਣ ਰਿਹਾ, ਖਾਣਾ ਤਿਆਰ ਹੋ ਰਿਹਾ ਹੈ। ਇਹ ਤਸਵੀਰ ਤੁਹਾਨੂੰ ਕੈਮਰਾਮੈਨ ਦਿਖਾ ਰਹੇ ਨੇ ਕਿ ਇੱਕ ਘਰ ਵਰਗਾ ਮਾਹੌਲ ਵੀ ਇੱਥੇ ਇਹਨਾਂ ਲੋਕਾਂ ਨੇ ਕ੍ਰੀਏਟ ਕਰ ਦਿੱਤਾ ਹੈ, ਕਿਉਂਕਿ ਜਦੋਂ ਕਿਸੇ ਘਰ ਵਿੱਚ ਕੁਝ ਹੁੰਦਾ ਹੈ ਤਾਂ ਸ਼ਾਮ ਨੂੰ ਹੀ ਤਸਵੀਰ ਪੈਦਾ ਹੋ ਜਾਂਦੀ ਹੈ ਕਿ ਖਾਣਾ ਬਣਾਉਣਾ ਹੈ, ਤਾਂ ਖਾਣੇ ਦੀ ਤਿਆਰੀ ਚੱਲ ਰਹੀ ਹੈ। ਇਸੇ ਤਰੀਕੇ ਨਾਲ ਮੁੜ ਤੋਂ ਸ਼ਾਮ ਤੋਂ ਸੁਬਾਹ ਇਹੀ ਕੁਝ ਇੱਥੇ ਚੱਲਦਾ ਹੈ। ਫਿਲਹਾਲ ਸਭ ਦੀ ਨਿਗਾਹਾਂ 26 ਜਨਵਰੀ ਤੇ ਟਿਕੀਆਂ ਨੇ ਕਿ 26 ਜਨਵਰੀ ਕਿਸ ਤਰੀਕੇ ਦੀ ਰਹਿਣ ਵਾਲੀ ਹੈ। ਇੱਥੇ ਸਾਰੇ ਕਿਸਾਨ ਆਗੂਆਂ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਜੇਕਰ ਕੁਝ ਵੀ ਗਲਤ ਹੁੰਦਾ ਹੈ, ਕੁਝ ਵੀ ਸ਼ਰਾਰਤਬਾਜ਼ੀ ਹੁੰਦੀ ਹੈ ਤਾਂ ਉਹ ਕਿਸਾਨਾਂ ਦੀ ਨਹੀਂ ਹੋਵੇਗੀ, ਉਸ ਦੀ ਜ਼ਿੰਮੇਦਾਰ ਸਿੱਧੇ ਤੌਰ ਤੇ ਸਰਕਾਰ ਹੋਵੇਗੀ। ਫਿਲਹਾਲ ਵੇਖਦੇ ਹਾਂ 26 ਤਰੀਕ ਦਾ ਜੋ ਮਾਹੌਲ ਹੋਣਾ ਹੈ ਉਹ ਕਿਸ ਤਰੀਕੇ ਦਾ ਰਹਿਣ ਵਾਲਾ ਹੈ। ਟਿਕਰੀ ਬਾਰਡਰ ਤੋਂ ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।